ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਨਾਵਲ ਇੱਕ ਹੋਰ ਨਵਾਂ ਸਾਲ ਦੀ, ਜੋ ਕਿ 9ਵੀਂ 10ਵੀਂ ਜਮਾਤ ਦੇ ਸਿਲੇਬਸ ਦੇ ਵਿੱਚ ਆਪਾਂ ਨੂੰ ਲੱਗਿਆ ਹੋਇਆ ਨਾਵਲ ਇਹ। ਤੇ ਨਾਵਲ ਨੂੰ ਆਪਾਂ ਪੜ੍ਹਾਂਗੇ ਕਹਾਣੀ ਰੂਪ ਦੇ ਵਿੱਚ। ਨਾਵਲ ਹੈ ਇੱਕ ਹੋਰ ਨਵਾਂ ਸਾਲ। ਨਾਵਲਕਾਰ ਹੈ ਨਿਰੰਜਨ ਤਸੀਮ। ਨਾਵਲ ਦੇ ਕਾਂਡ ਹਨ 3, ਸਵੇਰ, ਦੁਪਹਿਰ ਤੇ ਸ਼ਾਮ। ਦ੍ਰਿਸ਼ ਹੈ ਅੰਮ੍ਰਿਤਸਰ ਸਾਹਿਬ ਦਾ। ਤੇ ਪਾਤਰ ਹਨ ਰਿਕਸ਼ਾ ਚਾਲਕ ਬੰਤਾ ਮੁੱਖ ਪਾਤਰ, ਤਾਰੋ ਬੰਤੇ ਦੀ ਪਤਨੀ, ਫੁੰਮਣ ਬੰਤੇ ਦਾ ਪੁੱਤਰ, ਦਿਆਲਾ ਬੰਤੇ ਦਾ ਦੋਸਤ। ਇਸ ਵਿੱਚ ਗੌਣ ਪਾਤਰ ਹਨ ਇੰਸਪੈਕਟਰ ਲਾਜੋ ਵਿਚੋਲਣ ਹੈ, ਮਹੇਸ਼ੀ, ਪਰਵੇਜ਼ ਤੇ ਆਸ਼ਕ, ਇਹ ਦੋਨੋਂ ਕਵੀ ਹਨ। ਤੇ ਸਵੇਰ ਕਾਂਡ ਪਹਿਲਾ ਕਾਂਡ ਹੈ। 30-35 ਸਾਲ ਦਾ ਬੰਤਾ ਅੰਮ੍ਰਿਤਸਰ ਵਿਖੇ ਰਿਕਸ਼ਾ ਚਲਾਉਂਦਾ ਹੈ। ਉਹ ਹਰ ਰੋਜ਼ 5 ਵਜੇ ਉੱਠਦਾ ਹੈ। ਉਸਨੇ ਅੱਜ ਨਵੇਂ ਸਾਲ ਵਾਲੇ ਦਿਨ ਸਵੇਰੇ 6 ਵਜੇ ਸਟੇਸ਼ਨ 'ਤੇ ਪਹੁੰਚ ਕੇ ਕਾਲਕਾ ਮੇਲ ਤੋਂ ਉਤਰਨ ਵਾਲੀਆਂ ਸਵਾਰੀਆਂ ਚੁੱਕਣੀਆਂ ਹਨ। ਬੰਤਾ ਆਪਣੀ ਪਤਨੀ ਤਾਰੋ ਤੋਂ ਚਾਹ ਦੀ ਥਾਂ ਬੈੱਡ ਟੀ ਦੀ ਮੰਗ ਕਰਦਾ ਹੈ, ਕਿਉਂਕਿ ਅੱਜ ਵੱਡੇ ਲੋਕਾਂ ਦੀ ਤਰ੍ਹਾਂ ਸਵੇਰੇ ਉੱਠਦਿਆਂ ਹੀ ਬਿਸਤਰੇ ਵਿੱਚ ਬੈਠ ਕੇ ਚਾਹ ਪੀਣੀ ਚਾਹੁੰਦਾ ਸੀ, ਜਿਸ ਨੂੰ ਵੱਡੇ ਲੋਕ ਬੈੱਡ ਟੀ ਆਖਦੇ ਹਨ। ਬੰਤਾ 5ਵੀਂ ਫੇਲ ਸੀ। ਬੰਤਾ ਅਜੇ 5ਵੀਂ ਵਿੱਚ ਹੀ ਪੜ੍ਹਦਾ ਸੀ ਕਿ ਉਸਦੇ ਪਿਓ ਦੀ ਮੌਤ ਹੋ ਗਈ। ਇਸ ਪਿੱਛੋਂ ਬੰਤੇ ਨੇ ਕਿਤਾਬਾਂ ਇਕੱਠੀਆਂ ਕਰਕੇ ਬਕਸੇ ਵਿੱਚ ਰੱਖ ਦਿੱਤੀਆਂ ਅਤੇ ਖੇਤ ਮਜ਼ਦੂਰ ਬਣ ਗਿਆ। ਜਦੋਂ ਉਹ ਆਪਣੇ ਸਾਥੀਆਂ ਨੂੰ ਸਕੂਲ ਜਾਂਦੇ ਵੇਖਦਾ ਤਾਂ ਉਸਦੀ ਮੂੰਹੋਂ ਹੌਂਕਾ ਨਿਕਲ ਜਾਂਦਾ। ਉਹ 5ਵੀਂ ਦਾ ਇਮਤਿਹਾਨ ਦੇਣਾ ਚਾਹੁੰਦਾ ਸੀ। ਉਸਨੇ ਮਾਸਟਰ ਜੀ ਨੂੰ ਫੀਸ ਜਮ੍ਹਾਂ ਕਰਵਾ ਦਿੱਤੀ ਸੀ। ਉਹ ਫੇਲ ਹੋ ਗਿਆ। ਉਹ ਚੌਥੀ ਪਾਸ ਨਾਲੋਂ 5ਵੀਂ ਫੇਲ ਅਖਵਾਉਣਾ ਪਸੰਦ ਕਰਦਾ ਸੀ। ਇੱਕ ਦਿਨ ਮਜ਼ਦੂਰੀ ਕਰਦੇ ਹੋਏ ਸਰਦਾਰਾਂ ਦੇ ਮੁੰਡੇ ਨਾਲ ਲੜਾਈ ਹੋ ਗਈ ਅਤੇ ਉਸਨੇ ਸਰਦਾਰਾਂ ਦੇ ਮੁੰਡੇ ਨੂੰ ਕੁੱਟਿਆ। ਸਿੱਟੇ ਵਜੋਂ ਸਾਰਾ ਪਿੰਡ ਉਸਦੇ ਮਗਰ ਪੈ ਗਿਆ। ਉਸਨੇ ਪਿੰਡ ਛੱਡ ਦਿੱਤਾ ਅਤੇ ਸ਼ਹਿਰ ਚਲਾ ਗਿਆ, ਜਿੱਥੇ ਉਹ ਇੱਕ ਦਫ਼ਤਰ ਵਿੱਚ ਚਪੜਾਸੀ ਲੱਗ ਗਿਆ। ਉਹ ਸਾਹਿਬ ਦੇ ਘਰ ਕੰਮ ਕਰਦਾ ਸੀ। ਇੱਕ ਦਿਨ ਸਾਹਿਬ ਦੀ ਪਤਨੀ ਨੇ ਉਸ ਨੂੰ ਕੱਪੜੇ ਧੋਣ ਲਈ ਕਿਹਾ ਤਾਂ ਉਸ ਨੇ ਇਹ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਸਾਹਿਬ ਉਸ ਉੱਤੇ ਕੜਕਿਆ ਤਾਂ ਬੰਤੇ ਨੇ ਚਪੜਾਸੀ ਦੀ ਨੌਕਰੀ ਛੱਡ ਦਿੱਤੀ ਅਤੇ ਰਿਕਸ਼ਾ ਚਾਲਕ ਬਣ ਗਿਆ। ਬੰਤੇ ਨੂੰ ਰਿਕਸ਼ੇ 'ਤੇ ਬੈਠਣ ਵਾਲਾ ਪਹਿਲਾ ਸਵਾਰ ਸਟੇਸ਼ਨ ਉੱਤੇ ਮਿਲ ਗਿਆ। ਉਸਨੇ ਕਟੜਾ ਮੋਤੀ ਰਾਮ ਜਾਣਾ ਸੀ। ਗੱਲਾਂ ਬਾਤਾਂ ਵਿੱਚ ਉਸਨੇ ਦੇਖਿਆ ਕਿ ਉਹ ਚੰਡੀਗੜ੍ਹ ਨੌਕਰੀ ਲੱਗਾ ਹੋਇਆ ਹੈ, ਪਰੰਤੂ ਅਜੇ ਤੱਕ ਉਸ ਦਾ ਕੰਮ ਨਹੀਂ ਬਣਿਆ। ਪਰ ਉਸ ਨੂੰ 2-250 ਰੁਪਏ ਮਹੀਨਾ ਤਨਖਾਹ ਮਿਲ ਜਾਵੇਗੀ। ਇਸ ਤੋਂ ਬਾਅਦ ਉਸ ਨੂੰ ਇੱਕ ਤਾਨਪੁਰੇ ਵਾਲੀ ਕੁੜੀ ਮਿਲੀ, ਜੋ ਕਿ ਜਲੰਧਰ ਰੇਡੀਓ ਸਟੇਸ਼ਨ ਉੱਤੇ ਨਵੇਂ ਸਾਲ ਦਾ ਪ੍ਰੋਗਰਾਮ ਪੇਸ਼ ਕਰਨ ਗਈ ਸੀ। ਬੰਤਾ ਸੋਚਾਂ ਵਿੱਚ ਗਵਾਚਿਆ। ਰਿਕਸ਼ੇ ਦੇ ਪਹੀਏ ਦੀ ਤੁਲਨਾ ਜੀਵਨ ਦੇ ਪਹੀਏ ਨਾਲ ਕਰਦਾ ਹੈ ਤੇ ਜਿਸ ਤਰ੍ਹਾਂ ਰਿਕਸ਼ੇ ਦਾ ਪਹੀਆ ਹਰ ਮੌਸਮ ਵਿੱਚ ਲਗਾਤਾਰ ਘੁੰਮਦਾ ਰਹਿੰਦਾ ਹੈ, ਉਸੇ ਤਰ੍ਹਾਂ ਜ਼ਿੰਦਗੀ ਦਾ ਪਹੀਆ ਵੀ ਅਤਿ ਦੀ ਗਰਮੀ ਤੇ ਸਰਦੀ ਵਿੱਚ ਘੁੰਮਦਾ ਰਹਿੰਦਾ ਹੈ। ਉਸ ਨੂੰ ਆਪਣੀ ਮਾਂ ਦੀ ਯਾਦ ਆਉਂਦੀ ਹੈ। ਬੰਤੇ ਦੀ ਮਾਂ ਨੂੰਹ ਨਾਲ ਲੜਾਈ ਪਿੱਛੋਂ ਪਿੰਡ ਵਿੱਚ ਹੀ ਰਹਿੰਦੀ ਹੈ, ਪਰ ਉਸ ਦੀ ਸੇਵਾ ਜ਼ਰੂਰ ਕਰਦਾ ਹੈ। ਉਹ ਮਾਂ ਦੀਆਂ ਅੱਖਾਂ ਦੇ ਆਪਰੇਸ਼ਨ ਬਾਰੇ ਸੋਚਦਾ ਹੈ। ਫਿਰ ਉਸ ਨੂੰ ਬੱਚਿਆਂ ਦੀ ਯਾਦ ਆਉਂਦੀ ਹੈ। ਉਸ ਦੇ ਕੁੱਲ 3 ਬੱਚੇ, ਇੱਕ ਪੁੱਤਰ ਅਤੇ 2 ਧੀਆਂ ਹਨ। ਉਹ ਸਾਰੇ ਬੱਚਿਆਂ ਨੂੰ ਖੂਬ ਪੜ੍ਹਾਉਂਦਾ ਹੈ। ਉਸ ਦੀ ਇੱਛਾ ਸੀ ਕਿ ਉਸ ਦਾ ਪੁੱਤਰ ਫੁੰਮਣ ਪੜ੍ਹ ਲਿਖ ਕੇ ਕੋਈ ਵੱਡਾ ਅਫਸਰ ਬਣੇ ਅਤੇ ਰਿਕਸ਼ਾ ਚਾਲਕ ਨਾ ਬਣੇ। ਬੰਤੇ ਨੂੰ ਯਾਦ ਆਉਂਦਾ ਹੈ ਕਿ ਉਸ ਨੇ ਮੀਤੇ ਦੀ ਦੁਕਾਨ ਤੋਂ ਰਿਕਸ਼ੇ ਵਿੱਚ ਹਵਾ ਭਰਵਾਉਣੀ ਹੈ, ਕਿਉਂਕਿ ਉਹ ਉਸ ਨੂੰ ਚੰਗਾ ਆਦਮੀ ਸਮਝਦਾ ਸੀ, ਜੋ ਉਧਾਰ ਵੀ ਕਰ ਲੈਂਦਾ ਸੀ ਅਤੇ ਕੰਮ ਵੀ ਠੀਕ ਕਰਦਾ ਸੀ। ਉਹ ਕਈ ਵਾਰ ਛੋਟਾ-ਮੋਟਾ ਕੰਮ ਕਰਨ ਦੇ ਪੈਸੇ ਵੀ ਨਹੀਂ ਲੈਂਦਾ ਸੀ। ਉਸ ਨੂੰ ਦਰਬਾਰ ਸਾਹਿਬ ਜਾਣ ਵਾਲੀਆਂ 2 ਸਵਾਰੀਆਂ ਮਿਲ ਜਾਂਦੀਆਂ ਹਨ। ਬੰਤਾ ਉਹਨਾਂ ਪਾਸੋਂ 12 ਆਨੇ ਮੰਗਦਾ ਹੈ, ਪਰ ਉਹ 8 ਆਨੇ ਦੇਣੇ ਕਰਕੇ ਉਸ ਦੇ ਰਿਕਸ਼ੇ ਵਿੱਚ ਬੈਠ ਜਾਂਦੀਆਂ ਹਨ। ਸਵਾਰੀਆਂ ਬਹੁਤ ਭਾਰੀਆਂ ਸਨ ਅਤੇ ਬੰਤੇ ਦਾ ਬਹੁਤ ਜ਼ੋਰ ਲੱਗ ਰਿਹਾ ਸੀ। ਬੰਤਾ ਉਹਨਾਂ ਨੂੰ ਖਾਂਦੇ-ਪੀਂਦੇ ਸਮਝਦਾ ਹੈ, ਜੋ ਕਿ ਆਪਣੀ ਆਦਤ ਅਨੁਸਾਰ ਬਹੁਤ ਘੱਟ ਤੁਰਦੇ ਹਨ, ਜਿਸ ਕਰਕੇ ਰਿਕਸ਼ੇ ਵਾਲਿਆਂ ਨੂੰ ਬਹੁਤ ਫਾਇਦਾ ਹੋ ਜਾਂਦਾ ਹੈ। ਇਹ ਰਿਕਸ਼ੇ ਵਿੱਚ ਬੈਠੇ ਪਤੀ ਪਤਨੀ ਅਮਰੀਕਾ ਦੀ ਖੁਸ਼ਹਾਲੀ ਅਤੇ ਆਪਣੇ ਦੇਸ਼ ਦੀ ਗਰੀਬੀ ਬਾਰੇ ਗੱਲਾਂ ਕਰਦੇ ਹਨ। ਪਤੀ ਕਹਿੰਦਾ ਹੈ ਕਿ ਆਪਣੇ ਦੇਸ਼ ਦੀ ਲੋਕ ਉਦੋਂ ਮਨਮਰਜ਼ੀ ਦਾ ਖਾਣ ਹੰਢਾਉਣਗੇ ਜਦੋਂ ਗਰੀਬੀ ਹਟਾਓ ਦਾ ਪ੍ਰੋਗਰਾਮ ਸਿਰੇ ਚੜ੍ਹ ਗਿਆ, ਪਰ ਪਤਨੀ ਕਹਿੰਦੀ ਹੈ ਜੇਕਰ ਕੋਈ ਗਰੀਬ ਨਹੀਂ ਰਹੇਗਾ ਤਾਂ ਕੰਮ ਕਿਵੇਂ ਚੱਲੇਗਾ। ਇਸ ਵਿੱਚੋਂ ਬੰਤੇ ਨੂੰ 70 ਪੈਸਿਆਂ ਵਿੱਚ ਬੱਸਾਂ ਦੇ ਅੱਡੇ 'ਤੇ ਜਾਣ ਵਾਲੀ ਇੱਕ ਕੁੜੀ ਮਿਲ ਜਾਂਦੀ ਹੈ। ਕੁੜੀ ਸੋਹਣੀ ਸੀ ਤੇ ਜਦੋਂ ਸੋਹਣੀ ਕੁੜੀ ਉਸਦੇ ਰਿਕਸ਼ੇ ਵਿੱਚ ਬੈਠਦੀ ਸੀ ਤਾਂ ਬੰਤੇ ਦਾ ਦਿਲ ਕਰਦਾ ਸੀ ਕਿ ਰਸਤਾ ਮੁੱਕੇ ਹੀ ਨਾ, ਪਰ ਜਲਦੀ ਹੀ ਉਹ ਸੋਚਦਾ ਹੈ ਕਿ ਉਸ ਨੂੰ ਅਜਿਹੀਆਂ ਗੱਲਾਂ ਨਹੀਂ ਸੋਚਣੀਆਂ ਚਾਹੀਦੀਆਂ। ਹੁਣ ਬੰਤੇ ਨੂੰ ਇੱਕ ਦਿਨ ਦੀ ਘਟਨਾ ਯਾਦ ਆ ਜਾਂਦੀ ਹੈ। 2 ਕੁੜੀਆਂ ਨੇ ਹਰ ਰੋਜ਼ ਸਕੂਲ ਜਾਣ ਲਈ ਉਸ ਨਾਲ ਮਹੀਨਾ ਕੀਤਾ ਹੋਇਆ ਸੀ। ਇੱਕ ਦਿਨ ਜਦੋਂ ਉਹ ਉਹਨਾਂ ਨੂੰ ਸਕੂਲ ਤੋਂ ਘਰ ਲਿਜਾ ਰਿਹਾ ਸੀ ਤਾਂ ਕਾਲਜ ਦੇ ਕੁਝ ਸਾਈਕਲ ਸਵਾਰ ਮੁੰਡੇ ਉਹਨਾਂ ਨੂੰ ਗੰਦੇ ਮਖੌਲ ਕਰਨ ਲੱਗ ਗਏ। ਬੰਤੇ ਨੇ ਉਹਨਾਂ ਨੂੰ ਝਿੜਕਿਆ। ਕੁੜੀਆਂ ਨੇ ਇਸ ਗੱਲ ਦਾ ਬੁਰਾ ਮਨਾਇਆ ਅਤੇ ਬੰਤੇ ਨੂੰ ਧਮਕੀ ਦਿੱਤੀ ਕਿ ਉਹ ਰਿਕਸ਼ਾ ਬਦਲ ਲੈਣਗੀਆਂ। ਬੰਤਾ ਮਹੀਨਾ ਹੱਥੋਂ ਗਵਾਚਦਾ ਦੇਖ ਕੇ ਚੁੱਪ ਕਰ ਗਿਆ। ਸਵਾਰੀਆਂ ਉਤਾਰਨ ਤੋਂ ਬਾਅਦ ਬੰਤਾ ਇੱਕ ਹੋਟਲ 'ਤੇ ਬੈਠ ਕੇ ਅੱਧਾ
ਬਾਅਦ ਦੁੱਧ ਦੀ ਚਾਹ ਪੀਂਦਾ ਹੈ ਅਤੇ ਨਾਲ 2 ਕੇਕ ਖਾਂਦਾ ਹੈ। ਬੰਤਾ ਹੋਟਲ ਵਾਲੇ ਨੂੰ ਅਖਬਾਰ ਦੀ ਗਰਮ ਖਬਰਾਂ ਪੜ੍ਹ ਕੇ ਸੁਣਾਉਂਦਾ ਹੈ, ਜਿਸ ਵਿੱਚ ਅਖਬਾਰ ਵਾਲਿਆਂ ਨੇ ਲੋਕਾਂ ਨੂੰ ਨਵੇਂ ਸਾਲ ਦੀ ਵਧਾਈ ਦੀ ਖਬਰ ਛਾਪੀ ਹੈ। ਦੂਜੀ ਖਬਰ ਵਲੈਤ ਜਾ ਕੇ ਭਾਰਤੀਆਂ ਦੇ ਡੁੱਬਣ ਦੀ, ਤੀਜੀ ਵਿਦਿਆਰਥੀਆਂ ਦੇ ਹੰਗਾਮੇ ਦੀ, ਚੌਥੀ ਇੰਦਰਾ ਗਾਂਧੀ ਦੇ ਭਾਰਤ ਪਾਕ ਸੰਬੰਧਾਂ ਦੀ, ਪੰਜਵੀਂ ਪੰਜਾਬ ਸਰਕਾਰ ਵੱਲੋਂ ਆਪਣੇ ਕਰਮਚਾਰੀ ਨੂੰ ਹੋਰ ਭੱਤਾ ਦੇਣ ਦੀ, ਛੇਵੀਂ ਅੰਮ੍ਰਿਤਸਰ ਵਿੱਚ ਠੰਡ ਨਾਲ ਹੋਈਆਂ ਮੌਤਾਂ ਦੀ ਅਤੇ ਸੱਤਵੀਂ ਮਿੱਟੀ ਦੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਬਾਰੇ। ਬੰਤਾ ਫਿਰ ਰਿਕਸ਼ੇ ਉੱਤੇ ਬੈਠ ਕੇ ਸਿਗਰਟ ਪੀਣ ਲੱਗਦਾ ਹੈ। ਫਿਰ ਉਸ ਨੂੰ ਇੱਕ ਗਾਹਕ ਮਿਲ ਜਾਂਦਾ ਹੈ। ਉਸਨੇ ਕਟੜਾ ਦੁੱਲੋ ਵਿੱਚ ਗਲੀ ਮਾਸਟਰਾਂ ਵਿੱਚ ਜਾਣਾ ਸੀ। ਉਸ ਦੇ ਨਾਲ ਉਹਦੀ ਪਤਨੀ ਸੀ, 3 ਬੱਚੇ ਅਤੇ ਸਮਾਨ ਸੀ। ਬੰਤਾ ਉਹਨਾਂ ਦੇ ਮੁੰਡੇ ਨੂੰ ਅੱਗੇ ਡੰਡੇ ਉੱਪਰ ਬਿਠਾ ਲੈਂਦਾ ਹੈ, ਬਾਕੀ ਦੇ ਪਿੱਛੇ ਬੈਠ ਜਾਂਦੇ ਹਨ। ਬੰਤੇ ਨੂੰ ਉਹ ਲੜਕਾ ਆਪਣੇ ਪੁੱਤਰ ਫੁੰਮਣ ਵਰਗਾ ਲੱਗਦਾ ਹੈ। ਉਹ ਉਸ ਨੂੰ ਨਾਮ ਪੁੱਛਦਾ ਹੈ ਅਤੇ ਉਹ ਆਪਣਾ ਨਾਮ ਰਮਨ ਦੱਸਦਾ ਹੈ। ਉਹ ਤੀਜੀ ਜਮਾਤ ਵਿੱਚ ਪੜ੍ਹਦਾ ਹੈ। ਬੰਤਾ ਉਹਨਾਂ ਨੂੰ ਉਤਾਰਨ ਮਗਰੋਂ ਇੱਕ ਹੋਰ ਨਵੇਂ ਵਿਆਹੇ ਜੋੜੇ ਨੂੰ 1 ਰੁਪਇਆ ਲੈਣ ਕਰਕੇ ਗੁਰੂ ਰਾਮਦਾਸ ਸਰਾਂ ਜਾਣ ਲਈ ਰਿਕਸ਼ੇ ਵਿੱਚ ਬਿਠਾ ਲੈਂਦਾ ਹੈ। ਬੰਤਾ ਸੋਚਦਾ ਹੈ ਕਿ ਨਵੇਂ ਵਿਆਹੇ ਜੋੜੇ ਤੋਂ ਭਾਵੇਂ ਉਹ 2 ਰੁਪਏ ਮੰਗ ਲੈਂਦਾ, ਉਹ ਨਾ ਨਹੀਂ ਸੀ ਹੋਣੀ, ਪਰ ਉਹ ਹੱਕ ਸੱਚ ਦੀ ਕਮਾਈ ਕਰਨਾ ਚਾਹੁੰਦਾ ਹੈ। ਬਾਜ਼ਾਰ ਦੀ ਸਜਾਵਟ ਦੇਖ ਕੇ ਬੰਤਾ ਸਮਝ ਜਾਂਦਾ ਹੈ ਕਿ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਹੈ। ਉਸਨੇ ਸੋਚਿਆ ਕਿ ਗੁਰਪੁਰਬ ਹੋਣ ਕਰਕੇ ਅੱਜ ਉਹ ਵੀ ਦਰਬਾਰ ਸਾਹਿਬ ਮੱਥਾ ਟੇਕਣ ਜਾਵੇਗਾ। ਫਿਰ ਉਸ ਨੂੰ 75 ਪੈਸੇ ਵਿੱਚ ਇੱਕ ਪਤੀ ਪਤਨੀ ਅਤੇ ਉਹਨਾਂ ਦਾ ਬੱਚਾ ਦਰਬਾਰ ਸਾਹਿਬ ਜਾਣ ਲਈ ਮਿਲ ਜਾਂਦੇ ਹਨ। ਉਹਨਾਂ ਦੀਆਂ ਗੱਲਾਂ ਤੋਂ ਬੰਤੇ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ 5 ਕੁੜੀਆਂ ਪਿੱਛੋਂ ਮੁੰਡਾ ਹੋਇਆ ਸੀ। ਬੰਤਾ ਕਹਿੰਦਾ ਹੈ ਕਿ ਰੱਬ ਜੋੜੀ ਰਲਾ ਦੇਵੇਗਾ। ਇਸ ਵਿੱਚੋਂ ਬੰਤਾ ਆਪਣੇ ਇਕਲੌਤੇ ਪੁੱਤਰ ਫੁੰਮਣ ਬਾਰੇ ਸੋਚਣ ਲੱਗਦਾ ਹੈ। ਉਸ ਨੂੰ ਪਤਾ ਲੱਗਦਾ ਹੈ ਕਿ ਉਹ ਜੋੜਾ ਕਾਕੇ ਦੇ ਹੋਣ ਦੀ ਖੁਸ਼ੀ ਵਿੱਚ ਦਰਬਾਰ ਸਾਹਿਬ ਵਿਖੇ ਸਭਾ 5 ਦਾ ਪ੍ਰਸ਼ਾਦ ਕਰਾ ਕੇ ਉਸਦਾ ਨਾਂ ਰਖਾ ਕੇ ਆਏ ਹਨ। ਫਿਰ ਪਤੀ ਕਹਿੰਦਾ ਹੈ ਕਿ ਭਾਵੇਂ ਉਸਦਾ ਪੁੱਤਰ ਜ਼ਮੀਨਾਂ ਸਾਂਭੇਗਾ, ਪਰ ਉਹ ਕੁੜੀ ਨੂੰ ਵੀ ਪੜ੍ਹਾਈ ਲਿਖਾਈ ਕਰਾਏਗਾ ਕਿ ਉਹਨਾਂ ਦਾ ਹੱਕ ਨਹੀਂ ਰੱਖੇਗਾ। ਫਿਰ ਰਿਕਸ਼ੇ ਵਿੱਚ ਬੈਠੀ ਪਤਨੀ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਉਹਨਾਂ ਦੀ ਧੀ ਸਵਰਨੀ ਦੇ ਸਾਕ ਲਈ ਮੁੰਡੇ ਦੀ ਦੱਸ ਪਈ ਹੈ, ਪਰ ਪਤੀ ਸਵਰਨੀ ਦਾ ਵਿਆਹ ਕਰਨ ਦੇ ਹੱਕ ਵਿੱਚ ਨਹੀਂ। ਉਹ ਚਾਹੁੰਦਾ ਹੈ ਕਿ ਸਵਰਨੀ ਹੋਰ ਪੜ੍ਹੇ। ਉਹ ਤਾਂ ਆਪਣੀ ਪਤਨੀ ਨਾਮੂ ਨੂੰ ਵੀ ਪੜ੍ਹਨ ਲਈ ਆਖਦਾ ਹੈ, ਪਰ ਉਹ ਕਹਿੰਦੀ ਹੈ ਕਿ ਮੈਨੂੰ ਤਾਂ ਇੱਲ ਦਾ ਕੋਕੋ ਨਹੀਂ ਆਉਂਦਾ। ਬੰਤਾ ਉਹਨਾਂ ਨੂੰ ਰਾਮਾਨੰਦ ਬਾਗ ਵਿਖੇ ਉਤਾਰ ਦਿੰਦਾ ਹੈ। ਫਿਰ ਬੰਤਾ ਜਲ੍ਹਿਆਂਵਾਲੇ ਬਾਗ ਵੱਲ ਚੱਲ ਪੈਂਦਾ ਹੈ। ਉਸ ਨੂੰ ਜਲ੍ਹਿਆਂਵਾਲੇ ਬਾਗ ਵਿੱਚ ਅੱਜ ਤੋਂ 50 ਸਾਲ ਪਹਿਲਾਂ ਅੰਗਰੇਜ਼ਾਂ ਦੁਆਰਾ ਦੇਸ਼ ਭਗਤਾਂ ਨੂੰ ਗੋਲੀਆਂ ਨਾਲ ਭੁੰਨ ਕੇ ਸ਼ਹੀਦ ਕਰਨ ਦੀ ਘਟਨਾ ਯਾਦ ਆਉਂਦੀ ਹੈ। ਉਸ ਨੂੰ ਬਾਗ ਵਿਚਲੇ ਖੂਹ ਵਿੱਚ ਡਿੱਗ ਕੇ ਸ਼ਹੀਦ ਹੋਣ ਵਾਲਿਆਂ ਦੀਆਂ ਅਤੇ ਕੰਧਾਂ 'ਤੇ ਲੱਗੇ ਗੋਲੀਆਂ ਦੇ ਨਿਸ਼ਾਨਾਂ ਦੀ ਯਾਦ ਆਉਂਦੀ ਹੈ। ਉਸ ਨੂੰ ਬਾਗ ਵਿਚਲੇ ਲਾਊਡ ਸਪੀਕਰਾਂ ਰਾਹੀਂ ਦੇਸ਼ ਭਗਤੀ ਦਾ ਗੀਤ ਵੀ ਸੁਣਾਈ ਦਿੰਦਾ ਹੈ। ਇਸ ਤੋਂ ਬਾਅਦ ਬੰਤੇ ਨੂੰ 75 ਪੈਸੇ ਵਿੱਚ ਚਿੱਤਰਾ ਟਾਕੀ ਜਾਣ ਵਾਲੀਆਂ 2 ਕੁੜੀਆਂ ਮਿਲ ਜਾਂਦੀਆਂ ਹਨ। ਉਹ ਉਸ ਨੂੰ ਰਿਕਸ਼ਾ ਤੇਜ਼ ਚਲਾਉਣ ਲਈ ਕਹਿੰਦੀਆਂ ਹਨ, ਕਿਉਂਕਿ ਜੇਕਰ ਫਿਲਮ ਸ਼ੁਰੂ ਹੋ ਗਈ ਤਾਂ ਉਹਨਾਂ ਨੂੰ ਕੋਈ ਸਵਾਦ ਨਹੀਂ ਆਵੇਗਾ। ਉਹ ਐਕਟਰੈਸ ਡਿੰਪਲ ਦੇ ਘਰ ਕੁੜੀ ਹੋਣ, ਉਸ ਦੀ ਬੌਬੀ ਵਿਚਲੀ ਐਕਟਿੰਗ ਅਤੇ ਉਸਦੇ ਰਾਜੇਸ਼ ਖੰਨਾ ਨਾਲ ਵਿਆਹ ਬਾਰੇ ਗੱਲਾਂ ਕਰਦੀਆਂ ਹਨ। ਇੱਕ ਦੂਜੀ ਨੂੰ ਕਹਿੰਦੀ ਹੈ ਕਿ ਉਹ ਰਿਸ਼ੀ ਕਪੂਰ ਨਾਲ ਵਿਆਹ ਕਰਵਾ ਲਵੇਗੀ। ਦੂਜੀ ਉਸ ਨੂੰ ਬਾਜ਼ਾਰ ਵਿੱਚ ਅਜਿਹੀਆਂ ਗੱਲਾਂ ਕਰਨ ਤੋਂ ਵਰਜਦੀ ਹੈ ਅਤੇ ਪਹਿਲੀ ਉਸ ਨੂੰ ਕਹਿੰਦੀ ਹੈ ਕਿ ਉਹ ਕਿਸੇ ਤੋਂ ਨਹੀਂ ਡਰਦੀ, ਜਿਹੜਾ ਡਰੇਗਾ ਉਹ ਮਰੇਗਾ। ਇਸ ਪਿੱਛੋਂ ਬੰਤੇ ਨੇ ਆਪਣੇ ਰਿਕਸ਼ੇ ਨੂੰ ਹਾਲ ਗੇਟ ਦੇ ਬਾਹਰ ਖੜ੍ਹੇ ਬਹੁਤ ਸਾਰੇ ਰਿਕਸ਼ਿਆਂ ਵਿੱਚ ਲਿਜਾ ਕੇ ਖੜ੍ਹਾ ਕਰ ਦਿੱਤਾ। ਹੁਣ 11:30 ਵੱਜ ਚੁੱਕੇ ਸਨ। ਧੁੰਦ ਖਿੰਡ ਗਈ ਸੀ ਅਤੇ ਕਾਫੀ ਧੁੱਪ ਚੜ੍ਹ ਆਈ ਸੀ। ਬੰਤਾ 15 ਪੈਸਿਆਂ ਦੀ ਮੂੰਗਫਲੀ ਲੈ ਕੇ ਰਿਕਸ਼ੇ ਦੀ ਪਿਛਲੀ ਸੀਟ ਉੱਪਰ ਬੈਠ ਕੇ ਖਾਣ ਲੱਗ ਜਾਂਦਾ ਹੈ। ਉਸ ਨੂੰ ਸਾੜੀ ਵਾਲੀਆਂ 2 ਇਸਤਰੀਆਂ ਆਉਂਦੀਆਂ ਦਿਖਾਈ ਦਿੰਦੀਆਂ ਹਨ। ਉਹ ਉਸ ਨੂੰ ਗੁਰੂ ਬਾਜ਼ਾਰ ਜਾਣ ਲਈ ਕਹਿੰਦੀਆਂ ਹਨ। ਬੰਤਾ ਉਹਨਾਂ ਕੋਲੋਂ 1 ਰੁਪਏ ਦੀ ਮੰਗ ਕਰਦਾ ਹੈ, ਪਰ ਉਹ 8 ਆਨੇ ਹੀ ਦਿੰਦੀਆਂ ਹਨ। ਬੰਤਾ ਦੱਸਦਾ ਹੈ ਕਿ ਜਦੋਂ ਸਿਰਫ ਜਨਾਨੀਆਂ ਹੋਣ ਤਾਂ ਉਹ 1 ਵੀ ਪੈਸਾ ਵਾਧੂ ਨਹੀਂ ਦਿੰਦੀਆਂ। ਇਹ ਦੋਵੇਂ ਜਨਾਨੀਆਂ ਵਿੱਚੋਂ ਇੱਕ ਤਾਂ ਮੁੰਡੇ ਦੀ ਮਾਂ ਅਤੇ ਦੂਜੀ ਵਿਚੋਲਣ, ਜੋ ਉਸ ਨੂੰ ਕੁੜੀ ਵਿਖਾਉਣ ਲਈ ਲਿਜਾ ਰਹੀ ਸੀ। ਵਿਚੋਲਣ ਦਾ ਨਾਮ ਲਾਜੋ ਹੈ। ਮੁੰਡੇ ਦੀ ਮਾਂ ਕਹਿੰਦੀ ਹੈ ਕਿ ਉਹ ਕੁੜੀ ਸੋਹਣੀ ਚਾਹੁੰਦੀ ਹੈ। ਵਿਚੋਲਣ ਦੱਸਦੀ ਹੈ ਕਿ ਕੁੜੀ ਸੋਹਣੀ ਹੈ ਅਤੇ BA ਵਿੱਚ ਪੜ੍ਹਦੀ ਹੈ। ਮੁੰਡੇ ਦੀ ਮਾਂ ਕਹਿੰਦੀ ਹੈ ਕਿ ਉਹ ਕੁੜੀ ਨੂੰ ਪੜ੍ਹਨੋਂ ਹਟਾ ਲੈਣ। ਫਿਰ ਉਹ ਆਪਣੇ ਪੁੱਤਰ ਮਹੇਸ਼ੀ ਦੀ ਪੜ੍ਹਾਈ ਬਾਰੇ ਗੱਲਾਂ ਕਰਦੀ ਹੈ। ਉਹ ਦੱਸਦੀ ਹੈ ਕਿ ਮਹੇਸ਼ੀ 8ਵੀਂ ਫੇਲ ਹੈ, ਉਸ ਨੂੰ 18ਵਾਂ ਸਾਲ ਲੱਗ ਗਿਆ ਹੈ। ਉਹ ਕਹਿੰਦੀ ਹੈ ਕਿ ਉਹ ਆਪਣੇ ਪੁੱਤਰ ਦਾ ਵਿਆਹ ਛੇਤੀ ਕਰਨਾ ਚਾਹੁੰਦੀ ਹੈ। ਉਹ ਆਪਣੀ ਨੂੰਹ ਨੂੰ ਬਹੁਤ ਸਾਰੇ ਗਹਿਣੇ ਪਾਵੇਗੀ। ਲਾਜੋ ਦੱਸਦੀ ਹੈ ਕਿ ਕੁੜੀ ਵਾਲੇ ਵੀ ਘੱਟ ਨਹੀਂ, ਪਰ ਮੁੰਡੇ ਦੀ ਮਾਂ ਪੁੱਛਦੀ ਹੈ ਕਿ ਉਹ ਕੀ ਕੁਝ ਦੇਣਗੇ। ਉਹ ਕਹਿੰਦੀ ਹੈ ਕਿ ਉਹ ਦੇਣਾ ਤਾਂ ਉਹਨਾਂ ਨੇ ਕੁਝ ਹੈ ਆਪਣੀ ਧੀ ਨੂੰ। ਫਿਰ ਲਾਜੋ ਮੁੰਡੇ ਦੀ ਮਾਂ ਨੂੰ ਕਹਿੰਦੀ ਹੈ ਕਿ ਜੇਕਰ ਉਸ ਨੂੰ ਕੁੜੀ ਪਸੰਦ ਆਈ ਤਾਂ ਉਸਨੇ ਮੁੰਦਰੀ ਪਾ ਦੇਣੀ ਹੈ। ਲਾਜੋ ਉਸ ਨੂੰ ਅਜਿਹਾ ਕਰਨ ਤੋਂ ਰੋਕਦੀ ਹੈ, ਕਿਉਂਕਿ ਪਹਿਲਾਂ ਉਹ ਕੁੜੀ ਦੇਖ ਲਵੇ, ਫਿਰ ਉਹ ਮੁੰਡਾ ਦੇਖਣਗੇ। ਇਹ ਸੁਣ ਕੇ ਮੁੰਡੇ ਦੀ ਮਾਂ ਕਹਿੰਦੀ ਹੈ ਕਿ ਮੁੰਡੇ ਤਾਂ ਹੀਰੇ ਹੁੰਦੇ ਹਨ, ਉਸ ਦਾ ਮਹੇਸ਼ੀ ਕੋਈ ਘੱਟ ਹੈ ਕਿਸੇ ਨਾਲੋਂ।
ਫਿਰ ਉਹ ਲਾਜੋ ਨੂੰ ਦੱਸਦੀ ਹੈ ਕਿ ਉਸਦਾ ਮੁੰਡਾ ਕਿਸੇ ਵੇਲੇ ਅੱਖਾਂ ਭੁਮਾ ਕੇ ਵੇਖਦਾ ਹੈ। ਲਾਜੋ ਇਸ ਨੁਕਸ ਨੂੰ ਮਾਮੂਲੀ ਸਮਝਦੀ ਹੈ ਅਤੇ ਕਹਿੰਦੀ ਹੈ ਕਿ ਉਹ ਉਸ ਵੇਲੇ ਧੁੱਪ ਵਾਲੀ ਐਨਕ ਲਗਾ ਕੇ ਚਲਾ ਜਾਵੇਗਾ। ਅੰਤ ਉਹ ਬੰਤੇ ਨੂੰ 50 ਪੈਸੇ ਦੇ ਕੇ ਰਿਕਸ਼ੇ ਤੋਂ ਉਤਰ ਜਾਂਦੀਆਂ ਹਨ। ਇਸ ਪਿੱਛੋਂ ਬੰਤਾ ਅਟਾਰੀ ਚੌਂਕ ਵਿੱਚ ਜਾ ਖੜਾ ਹੁੰਦਾ ਹੈ। ਉਸ ਨੂੰ ਇੱਕ ਚੰਗੀ ਸਿਹਤ ਦਾ ਮਾਲਕ ਭਲਵਾਨ ਸ਼ੀਤਲਾ ਮੰਦਰ ਜਾਣ ਲਈ ਮਿਲ ਜਾਂਦਾ ਹੈ। ਬੰਤਾ ਸੋਚਦਾ ਹੈ ਕਿ ਬੰਦੇ ਕੋਲ ਚੰਗੀ ਸਿਹਤ ਹੋਣੀ ਚਾਹੀਦੀ ਹੈ। ਧਨ ਦੌਲਤ ਦਾ ਕੀ ਹੈ। ਰਿਕਸ਼ੇ ਤੋਂ ਉਤਰਦਾ ਹੋਇਆ ਭਲਵਾਨ 50 ਪੈਸੇ ਦਿੰਦਾ ਹੈ। ਬੰਤਾ ਚੁੱਪ ਕਰਕੇ ਲੈ ਲੈਂਦਾ ਹੈ। 10-15 ਮਿੰਟ ਸਵਾਰੀ ਦੀ ਉਡੀਕ ਕਰਨ ਮਗਰੋਂ ਬੰਤੇ ਨੂੰ ਭੁੱਖ ਲੱਗੀ ਹੈ। ਉਸ ਨੇ ਰਿਕਸ਼ਾ ਘਰ ਵੱਲ ਨੂੰ ਮੋੜ ਲਿਆ। ਉਹ ਸੋਚਦਾ ਹੈ ਕਿ ਉਸਦੀ ਪਤਨੀ ਨੂੰ ਰੋਟੀ ਪਕਾ ਲਈ ਹੋਣੀ। ਉਹ ਆਪਣੀ ਪਤਨੀ ਦੀ ਮਾੜੀ ਸਿਹਤ ਬਾਰੇ ਵੀ ਫਿਕਰ ਕਰਦਾ ਹੈ। ਉਸਦੀ ਪਤਨੀ ਤਾਰੋ ਇੱਕ ਸਕੂਲ ਮਾਸਟਰ ਦੇ ਘਰ 2 ਵੇਲੇ ਕੰਮ ਕਰਨ ਜਾਂਦੀ ਹੈ। ਉਹ ਬੰਤੇ ਦੇ ਰੋਕਣ ਦੇ ਬਾਵਜੂਦ ਵੀ ਨਹੀਂ ਹਟਦੀ ਅਤੇ ਮੁਸਕਰਾ ਛੱਡਦੀ ਹੈ। ਇਸ ਕਰਕੇ ਬੰਤੇ ਨੇ ਉਸ ਨੂੰ ਕਹਿਣਾ ਛੱਡ ਦਿੱਤਾ ਹੈ। ਇਹ ਸੀ ਨਾਵਲ ਇੱਕ ਹੋਰ ਨਵਾਂ ਸਾਲ ਦਾ ਸਵੇਰ ਕਾਂਡ ਕਹਾਣੀ ਰੂਪ ਦੇ ਵਿੱਚ, ਜੋ ਕਿ ਆਪਾਂ ਨੂੰ ਮੇਨ ਗੱਲਾਂ ਦਾ ਇਸ ਵਿੱਚੋਂ ਪਤਾ ਲੱਗ ਚੁੱਕਿਆ ਹੈ। ਇਸ ਲਈ ਇਸ ਨਾਵਲ ਨੂੰ ਧਿਆਨ ਨਾਲ ਦੇਖਣਾ। ਇਸ ਤੋਂ ਬਾਅਦ ਆਪਾਂ ਅਗਲੇ ਜਿਹੜੇ 2 ਕਾਂਡ ਨੇ ਦੁਪਹਿਰ ਅਤੇ ਸ਼ਾਮ ਉਸ ਦੀ ਵੀਡੀਓ ਬਣਾਵਾਂਗੇ। ਅਤੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ। 9ਵੀਂ ਅਤੇ 10ਵੀਂ ਜਮਾਤ ਦੇ ਬੱਚਿਆਂ ਦਾ ਇਸ ਦੇ ਵਿੱਚ ਬਹੁਤ ਫਾਇਦਾ ਹੈ। ਉਹ ਨਾਵਲ ਨੂੰ ਚੰਗੀ ਤਰ੍ਹਾਂ ਸਮਝ ਸਕਣਗੇ। ਧੰਨਵਾਦ ਜੀ।